बिस्मिल्लाहिर्रहमानिर्रहीम। दोस्तों, अरशद लोधी ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਅਰਸ਼ਦ ਲੋਧੀ ਵਲੌਗ। ਕੀ ਹਾਲ ਜੀ? ਠੀਕ ਠਾਕ ਹੋ? ਖਰੀਅਤ ਨਾਲ ਲੋ ਅੱਜ ਤੁਹਾਨੂੰ ਇੱਕ ਬੜੀ ਅਹਿਮ ਜਿਹੜੀ ਹੈ ਉਹ ਮੈਂ ਗੱਲ ਸੁਣਾਉਣ ਲੱਗਾ, ਕਮਰ ਦੀ ਦਰਦ ਦੇ ਹਵਾਲੇ ਨਾਲ, ਜਿਹਨੂੰ ਅਕਸਰ ਲੋਕ ਸ਼ਟੀਕਾ ਵੀ ਕਹਿੰਦੇ ਨੇ, ਤੇ ਇਹਦਾ ਇਲਾਜ ਕੀ ਹੈ। ਦੋਸਤੋ, ਮੈਂ ਖੁਦ ਕਮਰ ਦਰਦ ਦਾ ਮਰੀਜ਼ ਹਾਂ। ਕਾਫੀ ਦੇਰ ਤੋਂ, ਪਿਛਲੇ ਕੋਈ 5-7 ਸਾਲ ਤੋਂ ਮੇਰੇ ਨਾਲ ਵੀ ਇਹ ਪ੍ਰੋਬਲਮ ਹੈ। ਇਹ ਵਿੱਚੋਂ ਹੀ ਠੀਕ ਹੋ ਜਾਂਦੀ ਹੈ ਤੇ ਵਿੱਚੋਂ ਹੀ ਫਿਰ ਸ਼ੁਰੂ ਹੋ ਜਾਂਦੀ ਹੈ। ਇਹਦਾ ਮੈਂ ਬਹੁਤ ਸਾਰਾ ਇਲਾਜ ਵੀ ਕਰਵਾਇਆ, ਲੇਕਿਨ ਰਮਜ਼ਾਨ ਸ਼ਰੀਫ ਦੇ ਸ਼ੁਰੂ ਹੋਣ ਦੇ ਨਾਲ ਮੈਂ ਇਹ ਮਹਿਸੂਸ ਕੀਤਾ ਕਿ ਜਿਹੜੀਆਂ ਤਰਾਬੀਆਂ ਨੇ ਉਹ ਮੇਰੇ ਕੋਲੋਂ ਨਹੀਂ ਪੜ੍ਹੀਆਂ ਜਾ ਰਹੀਆਂ। ਬਲਕਿ ਡਾਕਟਰ ਦੇ ਕਹਿਣ ਦੇ ਮੁਤਾਬਕ ਇਹ ਸੀ ਕਿ ਜੀ ਤੁਸੀਂ ਬਹਿ ਕੇ ਜਮਾਤ ਨਾਲ ਨਮਾਜ਼ ਪੜ੍ਹਿਆ ਕਰੋ, ਬਹਿ ਕੇ ਤੁਸੀਂ ਨਮਾਜ਼ ਪੜ੍ਹਨੀ ਹੈ, ਖੜੇ ਹੋ ਕੇ ਨਮਾਜ਼ ਨਾ ਪੜ੍ਹਿਆ ਕਰੋ, ਤੇ ਖੜੇ ਹੋ ਕੇ ਨਮਾਜ਼ ਪੜ੍ਹੋਗੇ ਤਾਂ ਤੁਹਾਡੇ ਵਾਸਤੇ ਪ੍ਰੋਬਲਮ ਪੈਦਾ ਹੋਏਗੀ। ਖੈਰ, ਮੈਂ ਇਸੇ ਤਰ੍ਹਾਂ ਹੀ ਕਰਦਾ ਰਿਹਾ, ਬਹਿ ਕੇ ਨਮਾਜ਼ ਪੜ੍ਹ ਲੈਣੀ, ਕੁਰਸੀ 'ਤੇ ਬਹਿ ਕੇ ਨਮਾਜ਼ ਪੜ੍ਹਨੀ। ਕਦੀ ਦਿਲ ਕਰਨਾ ਕਿ ਯਾਰ ਨਹੀਂ, ਅੱਛੀ ਗੱਲ, ਖੜੇ ਹੋ ਕੇ ਨਮਾਜ਼ ਪੜ੍ਹਨੀ, ਤੇ ਜਿਸ ਦਿਨ ਮੈਂ ਖੜੇ ਹੋ ਕੇ ਨਮਾਜ਼ ਪੜ੍ਹ ਲੈਣੀ, ਉਸ ਦਿਨ ਤੋਂ ਦਰਦ ਨੇ ਫਿਰ ਆਪਣਾ ਜਿਹੜਾ ਸਟਾਰਟ ਹੈ ਉਹ ਲੈ ਲੈਣਾ, ਤੇ ਕਾਫੀ ਪਰੇਸ਼ਾਨੀ ਮੇਰੇ ਵਾਸਤੇ ਬਣਨੀ। ਤੇ ਉਹਦੇ ਵਿੱਚ ਇਹ ਹੈ ਕਿ ਬੱਚਿਆਂ ਨੇ ਵੀ ਫਿਰ ਮੈਨੂੰ ਕਹਿਣਾ ਕਿ ਜੀ ਤੁਸੀਂ ਲੱਗਦਾ ਕਿਤੇ ਖੜੇ ਹੋ ਕੇ ਨਮਾਜ਼ ਪੜ੍ਹ ਲਈ ਹੈ, ਜਿਹਦੀ ਵਜ੍ਹਾ ਤੋਂ ਤੁਹਾਡੇ ਨਾਲ ਮਸਲਾ ਫਿਰ ਬਣ ਗਿਆ। ਖੈਰ, ਪੇਨ ਕਿਲਰ, ਗੋਲੀਆਂ ਛੋਲੀਆਂ ਜੇ ਉਹ ਖਾਣੀਆਂ, ਤੇ 5-7 ਦਿਨ ਤੋਂ ਬਾਅਦ ਫਿਰ ਥੋੜਾ ਥੋੜਾ ਹਲਕਾ ਫਾਕਾ ਹੋਣਾ ਸ਼ੁਰੂ ਹੋ ਜਾਣਾ। ਲੇਕਿਨ ਦੋਸਤੋ, ਕਿਸੇ ਦੋਸਤ ਨੇ ਜਿਹੜਾ ਮੈਨੂੰ ਇੱਕ ਨੁਸਖਾ ਦੱਸਿਆ, ਅੱਜ ਮੈਂ ਉਹ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਉਹ ਨੁਸਖੇ ਦੀ ਵਜ੍ਹਾ ਤੋਂ ਅਲਹਮਦੁਲਿਲਾ ਤੀਸਰੇ ਰੋਜ਼ੇ ਤੋਂ ਬਾਅਦ ਯਾਨੀ 3 ਤਰਾਬੀਆਂ ਤੇ ਮੈਂ ਪੜ੍ਹੀਆਂ ਇਸੇ ਤਰ੍ਹਾਂ ਹੀ। ਇੱਕ ਦਿਨ 8 ਪੜ੍ਹ ਲਈਆਂ ਬਹਿ ਕੇ, ਇੱਕ ਦਿਨ 12 ਪੜ੍ਹ ਲਈਆਂ, ਇੱਕ ਦਿਨ 20 ਪੜ੍ਹੀਆਂ। ਬਹਿ ਕੇ ਪੜ੍ਹਨਾ ਵੀ ਇੰਨਾ ਕੁ ਮੁਸ਼ਕਲ ਕੰਮ ਸੀ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ, ਕਿਉਂਕਿ ਤੁਹਾਨੂੰ ਪਤਾ ਹੈ ਮਸਜਿਦਾਂ ਦੇ ਵਿੱਚ ਜਿਹੜੀਆਂ ਕੁਰਸੀਆਂ ਹੁੰਦੀਆਂ ਨੇ ਉਹ ਪਲਾਸਟਿਕ ਦੀਆਂ ਕੁਰਸੀਆਂ ਹੁੰਦੀਆਂ ਨੇ, ਤੇ ਪਲਾਸਟਿਕ ਦੀ ਕੁਰਸੀ ਜਿਹੜੀ ਹੁੰਦੀ ਹੈ ਉਹ ਹਾਰਡ ਕੁਰਸੀ ਹੁੰਦੀ ਹੈ, ਤੇ ਹਾਰਡ ਜਗ੍ਹਾ 'ਤੇ ਬਹਿਣ ਨਾਲ ਇਹ ਦਰਦ ਜਿਹੜੀ ਹੈ ਇਹ ਸ਼ਿੱਦਤ ਇਖਤਿਆਰ ਕਰਦੀ ਹੈ। ਖੈਰ, ਹੁਸਨੇ ਇਤਫਾਕ ਹੋਇਆ ਕਿ ਮੈਂ ਵੱਡੇ ਭਾਈ ਨੇ ਉਹਨਾਂ ਦੇ ਘਰ ਜਾਣਾ, ਬਹਿਰੀਆ ਟਾਊਨ 'ਚ ਹੁੰਦੇ ਨੇ ਉਹ ਵੀ, ਗੁਲਬਹਾਰ ਬਲਾਕ 'ਚ। ਉਹਨਾਂ ਦੇ ਘਰ ਜਾਣ ਦਾ ਇਤਫਾਕ ਹੋਇਆ ਤੇ ਮੈਂ ਉਹਨਾਂ ਦੇ ਘਰ ਰਮਜ਼ਾਨ ਦਾ ਰੋਜ਼ਾ ਖੁੱਲ੍ਹਣ ਤੋਂ ਬਾਅਦ ਗਿਆ। ਜਿਸ ਵੇਲੇ ਮੈਂ ਉਹਨਾਂ ਦੇ ਘਰ ਗਿਆ ਤੇ ਉਹ ਨਮਾਜ਼ ਪੜ੍ਹਨ ਚੱਲੇ ਸਨ, ਤਰਾਬੀਆਂ ਵਗੈਰਾ, ਤੇ ਉਹ ਮੈਨੂੰ ਕਹਿਣ ਲੱਗੇ 40 ਯਾਰ ਚੱਲੀਏ। ਮੈਂ ਕਿਹਾ ਚਲੋ ਜੀ। ਉਸ ਮਸਜਿਦ 'ਚ ਜਾ ਕੇ ਵੀ ਨਮਾਜ਼ ਪੜ੍ਹੀ, ਤੇ ਇਸੇ ਤਰ੍ਹਾਂ ਹੀ ਕੁਰਸੀ ਦੇ ਉੱਤੇ ਹੀ ਬਹਿ ਕੇ ਨਮਾਜ਼ ਪੜ੍ਹੀ, ਤੇ ਮੈਨੂੰ ਸ਼ਰਮ ਦੀ ਮਹਿਸੂਸ ਹੋ ਰਹੀ ਸੀ ਕਿ ਕਾਫੀ ਜਿਹੜੇ ਜ਼ਹੀਫੁਲ ਉਮਰ ਲੋਕ ਸਨ ਉਹ ਵੀ ਖੜੇ ਹੋ ਕੇ ਤਰਾਬੀਆਂ ਪੜ੍ਹ ਰਹੇ ਨੇ, ਤੇ ਮੈਂ ਬੜਾ ਮਾਯੂਸ ਤੇ ਬੜਾ ਅਫਸਰਦਾ ਸਾਂ ਕਿ ਯਾਰ ਇਹ ਅੱਲਾਹ ਤਾਲਾ ਦੀ ਖਾਸ ਰਹਿਮਤ ਔਰ ਮਿਹਰਬਾਨੀ ਹੈ ਇਹਨਾਂ ਲੋਕਾਂ 'ਤੇ ਕਿ ਜਿਹੜੇ ਤਰਾਬੀਆਂ ਦੀਆਂ ਜਿਹੜੀਆਂ ਨਮਾਜ਼ਾਂ ਜਿਹੜੀਆਂ ਸਾਰੀਆਂ ਨੇ, 20 ਤਰਾਬੀਆਂ ਵੀ, ਨਮਾਜ਼ ਵੀ, ਇਹ ਸਾਰੀਆਂ ਰਕਤਾਂ ਜਿਹੜੀਆਂ ਨੇ ਇਹ ਖੜੇ ਹੋ ਕੇ ਪੜ੍ਹ ਰਹੇ ਨੇ। ਲੇਕਿਨ ਮੇਰੇ ਨਾਲ ਇਹ ਪ੍ਰੋਬਲਮ ਹੈ ਕਿ ਮੈਂ ਖੜੇ ਹੋ ਕੇ ਨਹੀਂ ਪੜ੍ਹ ਸਕਦਾ, ਤੇ ਮੈਂ ਉਹਨਾਂ ਦੇ ਸਾਹਮਣੇ ਬਹਿ ਕੇ ਪੜ੍ਹ ਰਿਹਾ ਸਾਂ। ਖੈਰ, ਮੈਂ ਘਰ ਆ ਗਿਆ। ਜਿਸ ਵੇਲੇ ਘਰ ਆਇਆ ਤੇ ਮੈਨੂੰ ਵੀ ਅੱਲਾਹ ਪਾਕ ਨੇ ਇੱਕ ਉਹ ਨੁਸਖਾ ਜਿਹੜਾ ਤੁਹਾਨੂੰ ਮੈਂ ਸ਼ੇਅਰ ਕਰਨਾ ਤੁਹਾਡੇ ਨਾਲ, ਉਹ ਮੇਰੇ ਹੱਥ ਲੱਗ ਗਿਆ। ਉਹ ਕੋਈ ਦਵਾਈ ਨਹੀਂ ਹੈ, ਇਹ ਚੀਜ਼ ਜ਼ਿਹਨ 'ਚ ਰੱਖ ਲਓ ਪਹਿਲੇ ਕਿ ਉਹ ਦਵਾਈ ਨਹੀਂ ਹੈ। ਉਹ ਮੈਂ ਤੁਹਾਨੂੰ ਸ਼ੇਅਰ ਕਰਨਾ ਬੜਾ ਆਸਾਨ ਜਿਹਾ ਨੁਸਖਾ ਹੈਗਾ, ਦਵਾਈ ਨਹੀਂ ਹੈ, ਠੀਕ ਹੈ। ਬਸ ਇਹ ਸੋਚ ਲੈ ਕੋਈ ਦੋਸਤ ਕਿ ਯਾਰ ਉਹ ਕੋਈ ਦਵਾਈ ਹੋਵੇਗੀ, ਉਹ ਖਾਣੀ ਪਏਗੀ, ਜਾਂ ਕੋਈ ਉਹ ਪੇਨ ਕਿਲਰ ਗੋਲੀਆਂ ਹੋਣਗੀਆਂ ਤੇ ਉਹ ਖਾਣੀਆਂ ਹੋਣਗੀਆਂ ਤੇ ਉਹਦੇ ਨਾਲ ਠੀਕ ਹੋ ਗਿਆ ਹੋਣਾ। ਨਹੀਂ, ਐਸਾ ਕੁਛ ਨਹੀਂ ਹੈ। ਉਹ ਨਮਾਜ਼ ਦੀ ਹੀ ਇੱਕ ਪ੍ਰੈਕਟਿਸ ਹੈ, ਉਹ ਨਮਾਜ਼ ਦੇ ਦੌਰਾਨ ਹੀ ਪ੍ਰੈਕਟਿਸ ਕਰਨੀ ਪੈਂਦੀ ਹੈ। ਖੈਰ, ਉਸ ਤੋਂ ਲੱਗ ਕੇ ਅੱਜ ਅਲਹਮਦੁਲਿਲਾ 10 ਦਿਨ ਹੋ ਗਏ ਹੈ
मैं मुसलसल पूरी नमाज जिहड़ी है वो खड़े होके पढ़ रहा सारियां। ये नहीं कि एक नमाज फजर तो ला के इशा तक दियां तमाम नमाज़ां खड़े होके पढ़ रहे हैं, और तराबियां 20 ਦੀਆਂ 20 ਜਿਹੜੀਆਂ ਨੇ ਉਹ ਵੀ खड़े होके पढ़ रहे हैं। तो अल्लाह पाक का खास करम होया, मैं बहुत खुश हाँ इस चीज़ से कि मैं बिल्कुल अपने आप को फिट महसूस कर रहा। बल्कि तराबियां पढ़न तो बाद जिहड़ी हल्की फुल्की थकावट होंदी है, तो जिस वेले उस तो बाद एक चाह का कप पी लीदा तो वो थकावट भी दूर हो जाती है, खाना भी सही हजम हो रहा है। क्योंकि जो तुसी खड़े होकर नमाज पढ़ रहे हो तो दोस्तों इस उम्र दे विच फिर इस तो वड्डी मेरा ख्याल है वर्जिश तो कोई नहीं कि बंदा सारियां नमाज़ां जिहड़ियां ने वो खड़े होके पढ़े, तो तराबियां भी खड़े होके पढ़े, तो फिर वाक करन दी या दूसरी तीसरी वर्जिशां करन दी भी लोड़ नहीं रह जाती। क्योंकि अल्लाह ताला ने अगर ये नमाज़ां तुहाडे ते फर्ज कीतियां ने तो ये पिछे बेशक एक वजह है कि वो ये हुई है कि ये इंसानी सेहत वास्ते भी बहुत फ़ायदेमंद है। क्योंकि अल्लाह ताला नूं ते इंसान नाल वैसे बड़ा प्यार है, 70 मावां जिन्ना प्यार अल्लाह ताला करता है। तो जे इबादत का ही हुंदा तो इबादत करन वास्ते तो जिन्नों ते फरिश्ते मलाइका अल्लाह पाक की मखलूक इन्नी है कि वो दिन रात ही इबादत च लगे रहंदे ने, उन्होंने तो होर कोई काम ही नहीं। तो अल्लाह पाक ने सानू किसी और मकसद वास्ते भेजे है, इंसान नू अशरफुल मखलूकात बना के भेजे है। तो दोस्तों ये अशरफुल मखलूकात ते सिर्फ एक अल्लाह पाक ने छोटी जी आजमाइशां पाइयां ने कि आया ये लोग जड़े ने ये मेरे के ख्वाहिश भी रहणगे कि नहीं रहणगे, ये मेरे हुक्म नू मनदे भी ने कि नहीं, ऐसा तो नहीं है कि मेरी हुक्म अदूली करनगे। इस वास्ते ये नमाज तुहाडे ते फर्ज कर दी। ये तराबियां ये नफली इबादत है, नबी करीम सल्लल्लाहु अलैहि वसल्लम की सुन्नत भी है, उन्हें अपनी जिंदगी पढ़िया ने। बहुत सारे उलामा कराम ये भी कहते हैं कि जी तराबियां जड़ियाँ ने, कोई कहता 8 पढ़िया ने, कोई कहता 12 पढ़िया ने, कोई कहता कि 20 पढ़िया ने। तो कभी कबार नबी करीम सल्लल्लाहु अलैहि वसल्लम ने नहीं भी पढ़िया, क्योंकि नहीं पढ़न का मतलब ये कि जब मैं मुसलसल पढ़िया तो मेरी उम्मत के उत्ते फर्ज हो जाएगियाँ। इस वास्ते कभी कभी उन्होंने तराबियां ना भी पढ़िया, छुट्टी कर ली, रेस्ट कर लिया। तो दोस्तों उस तो बाद हज़रत उमर हज़रत उस्मान गनी का दौर, हज़रत फरूक का दौर वगैरह जोड़ा आए, हज़रत अली का दौर भी आया। ये उन्होंने दौरों के तराबियां जड़ियाँ ने ये फाइनल हो गई कि 20 तराबियां जड़ियाँ ने वो पढ़ाई जाएगियाँ। इस तरह अज तुसी सऊदी अरब चले जाओ तो मस्जिद हरम दे विच तुहानूं 20 तराबियां पढ़न नूं मिलदियां ने, वो तो बाकायदा पढ़ते हैं। खैर असी भी खैर उन्हां नाल देख के ही सानूं तो चूँकि इस्लाम उत्थों ही आया तो असी भी अलहमदुलिल्लाह 20 ही पढ़ने हैं। शुक्र अलहमदुलिल्लाह, क्योंकि एक महीना होंदा रमज़ान का, एक किहड़ा बार बार आना होंदा, साल च एक बारी ये बरकतां वाला महीना आंदा है। तो अल्लाह ताला सानू मौका दिंदा है कि असी इबादत करिए तो अपने गुनाह बख्शा लीए। क्योंकि इसदा सवाब इन्ना, इसदी फजीलत इन्नी है कि इंसान सोच नहीं सकता जिन्ने का इसदा फ़ायदा है तो इसदा फायदा है। अच्छा, असल मकसद तो मैं हट गया, सॉरी। मैं तुहानूं शटीका का इलाज दस्सण लगा सा दोस्तों। वो ये है कि जिस वेले तुसी नमाज पढ़ते हो, खड़े होकर तुसी नमाज पढ़ रहे हो, हुण तुसी रुकू च गए हो तो रुकू च असल हालत जिहड़ी है 90 डिग्री ते, यानी बिल्कुल अपने आप नूं एल शक्ल दे विच जिहड़ा है वो इंज गुलाई च नहीं करना, तुसी बिल्कुल इंज एल शक्ल च अपने आप नूं लियाना है। गोडियां दे पैर रख के बिल्कुल अपने आप नूं जकड़ के बिल्कुल स्ट्रेट करके खड़े होना। उस तो बाद जिस वेले तुसी सजदे च जाओ तो तुहाडे दोनों पैर पिछले जिहड़े ने वो आपस च जुड़े होने चाहिए ने। तो तुहाडा सजदा जिहड़ा है वो तुसी लंबिया हो के, यानी जिन्ना अगे तक जा सको अगे तक जाके सजदा करना है। तो पैरां अपने नूं जोड़ के रखना है, सजदा लंबिया हो के करना है।
ਤੇ ਕੋਸ਼ਿਸ਼ ਕਰਨਾ ਹੈ ਕਿ ਹੱਥਾਂ ਨੂੰ ਜਿੰਨਾ ਖੋਲ੍ਹ ਸਕਦੇ ਹੋ, ਜਿੰਨੀ ਗੁੰਜਾਇਸ਼ ਹੋਵੇ ਉਸ ਜਗ੍ਹਾ ਦੇ ਮੁਤਾਬਕ ਉਹਨਾਂ ਨੂੰ ਖੋਲ੍ਹ ਕੇ ਰੱਖੋ। ਤੇ ਬਸ ਇੰਨੀ ਸਾਰੀ ਗੱਲ ਜੇ, ਇਹ ਅਮਲ ਕਰ ਲੋਗੇ ਤੇ ਇਨਸ਼ਾ ਅੱਲਾਹ ਤਾਲਾ ਤੁਸੀਂ ਵੀ ਮੇਰੇ ਤਰ੍ਹਾਂ ਖੜੇ ਹੋ ਕੇ ਨਮਾਜ਼ ਪੜ੍ਹੋਗੇ ਤੇ ਦੁਆਵਾਂ ਦਿਓਗੇ। ਦੋਸਤੋ, ਹੋਰ ਕੋਈ ਦਵਾਈ, ਕੋਈ ਕਿਸੇ ਕਿਸਮ ਦਾ ਟੋਟਕਾ, ਹੋਰ ਗੱਲਬਾਤ ਨਹੀਂ ਜੇਗੀ। ਮੈਂ ਇਹੋ ਹੀ ਅਮਲ ਕਰ ਰਿਹਾ ਤੇ ਅਲਹਮਦੁਲਿਲਾ ਮੈਂ ਇਹ ਸਾਰੀਆਂ ਜਿਹੜੀਆਂ ਤਕਲੀਫਾਂ ਸਨ, ਬਿਮਾਰੀਆਂ ਸੀ, ਉਹ ਤੋਂ ਮੈਨੂੰ ਨਿਜਾਤ ਮਿਲ ਗਈ ਹੈ। ਤੇ ਗੱਲ ਪਸੰਦ ਆਈ ਹੋਏ ਲਾਈਕ ਕਰੋ, ਸ਼ੇਅਰ ਕਰੋ ਔਰ ਇਹ 'ਤੇ ਅਮਲ ਕਰੋ। ਤੇ ਇਨਸ਼ਾ ਅੱਲਾਹ ਤਾਲਾ ਜਿਨ੍ਹਾਂ ਨੂੰ ਕਮਰ ਦਰਦ ਦਾ ਮਸਲਾ ਹੈ ਉਹ ਵੀ ਠੀਕ ਹੋ ਜਾਏਗਾ ਤੇ ਜਿਨ੍ਹਾਂ ਨੂੰ ਨਹੀਂ ਗਾ ਉਹਨਾਂ ਨੂੰ ਇਹ ਦਰਦ ਨਹੀਂ ਹੋਏਗੀ, ਕਿਉਂਕਿ ਇਹ ਬੜਾ ਅੱਛਾ ਫਾਰਮੂਲਾ ਜੇ। ਠੀਕ ਹੈ। ਤੇ ਅੱਲਾਹ ਤਾਲਾ ਤੁਹਾਡਾ ਹਾਮੀ ਓ ਨਾਸਰ ਹੋਵੇ। ਅੱਲਾਹ ਤੁਹਾਨੂੰ ਵੀ ਰਮਜ਼ਾਨ ਦੇ ਰੋਜ਼ੇ ਔਰ ਇਹਦੀਆਂ ਜਿਹੜੀਆਂ ਬਰਕਾਤ ਨੇ ਉਹ ਸਮੇਟਣ ਦੀ ਤੌਫੀਕ ਦੇਵੇ। ਤੇ ਬਸ਼ਰਤੇ ਜ਼ਿੰਦਗੀ ਕੱਲ੍ਹ ਫਿਰ ਮੁਲਾਕਾਤ ਕਰਾਂਗੇ। ਕੱਲ੍ਹ ਤੱਕ ਇਜਾਜ਼ਤ। ਅੱਲਾਹ ਹਾਫਿਜ਼।